और तुसीं हैरान होवोगे अज की डेट में मेरे कुछ बैंकों में 2000 रुपया वा क्योंकि मैंने तनख्वाह नहीं मिली हले MLA की। कुछ बैंकों के मेरे को चलो 20-25 हज़ार रुपया होगा। दैट इज़ ऑल आई हैव। मनी लॉन्डर तो वह हुंदा जिहदे कोल घट्टो घट्ट 500-700 200 400 करोड़ रुपया होवे। मैं तो उल्टा 2-2.5 करोड़ का करज़ई हाँ। मेरे तो हले रेड ही होया ना, उन्होंने तो उन्होंने चड्डे पाड़ दिते ने, लड़कियां दी प्राइवेट पार्ट्स डैमेज कीते ने, उन्होंने लिबर्टी नूं इन्फ्रिंज किया वा। और जिहड़ी वो सर्च करके गए ने क्योंकि हुण उन्होंने कुछ तो लैके जाना सी ना, खाली हत्थ जाणो रहे। जिहड़े मेरी वाइफ ने जिहड़े मेरे बच्चों की शादी का रिकॉर्ड रखा सी ना, डायरीज मेनटेन करते ना आपां सारे घरां दे विच कि कितना खर्चा होया शादी ते, कितना शगन दिता लोकां ने, कितना असी जिहड़े केटरिंग वाले से उन्होंने कितना अदा किया, कितना एडवांस किया। इट्स अ मैटर ऑफ रिकॉर्ड। पर एक गल जरूर है कि ये बदलाखोरी की बू तो आउंदी है। दोनों मेरे बच्चों दियां 2 डायरीज सीगियां, ਉਹਦੇ ਵਿੱਚ ਕਿੰਨੇ ਅਸੀਂ ਲੱਡੂ ਦੇ ਡੱਬੇ ਸ਼ਗਨ ਵਾਲੇ ਦਿਨ ਅਸੀਂ ਲੈ ਕੇ ਜਾਣੇ ਆ, ਕਿੰਨੇ ਕਾਜੂ ਦੇ ਡੱਬੇ ਆਰਡਰ ਕਰਨੇ ਨੇ, ਕਿੰਨਾ ਡਰਾਈ ਫਰੂਟ ਲੈ ਕੇ ਜਾਣਾ, ਕੱਲਾ ਪੇਜ ਮੇਰੇ ਕੋਲ ਸਾਈਨ ਕਰਾ ਕੇ ਕਹਿਣ ਨੂੰ ਇੱਕ ਪੰਚਨਾਮਾ ਸਾਈਨ ਕਰਾ ਕੇ ਜਾਂਦੇ ਨੇ। ਉਸ ਪੰਚਨਾਮੇ ਵਿੱਚ ਕਹਿਣ ਨੂੰ 10 12 15 ਚੀਜ਼ਾਂ ਪਾਤੀਆਂ ਉਹਨਾਂ ਨੇ, ਪਰ ਪਾਈਆਂ ਸਾਰੀਆਂ ਇਦਾਂ ਦੀਆਂ ਫ੍ਰਿਵਲਸ ਨੇ। ईडी ਦੀ ਰੇਡ ਤੋਂ ਬਾਅਦ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਆਪਣਾ ਪੱਖ ਖੁੱਲ੍ਹ ਕੇ ਰੱਖਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਆਪਣੇ ਹੱਕਾਂ ਲਈ ਲੜਨ ਵਾਲਿਆਂ ਦੇ ਖਿਲਾਫ ਅਜਿਹੀਆਂ ਕਾਰਵਾਈਆਂ ਹੋ ਰਹੀਆਂ ਨੇ। ਅੱਜ ਆਪਣੀ ਆਵਾਜ਼ ਬੁਲੰਦ ਕਰਨਾ ਗੁਨਾਹ ਹੋ ਗਿਆ ਹੈ। ਰੇਡ ਦੇ ਦੌਰਾਨ ਜੋ ਦਸਤਾਵੇਜ਼ ਈਡੀ ਦੀ ਟੀਮ ਵੱਲੋਂ ਉਹਨਾਂ ਦੇ ਘਰੋਂ ਜ਼ਬਤ ਕੀਤੇ ਗਏ ਨੇ, ਉਹਨਾਂ ਬਾਰੇ ਵੀ ਖਹਿਰਾ ਨੇ ਜਾਣਕਾਰੀ ਸਾਂਝੀ ਕੀਤੀ ਹੈ। ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ 'ਚ ਅੱਜ ਦਾ ਭਰੋਸਾ ਨਹੀਂ ਰੱਖਿਆ। ਇਹ ਜਿਹੜੇ ਇਦਾਂ ਦੇ ਰੇਡ ਨੇ, ਇਹ ਜਿਹੜੇ ਇਦਾਂ ਦੀਆਂ ਗਿੱਦੜ ਭਪਕੀਆਂ ਨੇ ਸਰਕਾਰਾਂ ਦੀਆਂ, ਇਹ ਸਾਡੇ ਤੇ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ ਜੀ ਤੇ 70 ਦੇ ਦਹਾਕੇ ਦੇ ਚੱਲਦੇ ਨੇ। ਜਿਹੜੇ ਲੋਕ ਪੁਰਾਣੇ ਇਤਿਹਾਸ ਦੇ ਨਾਲ ਤੇ ਪੰਜਾਬ ਦੀ ਪੋਲਿਟਿਕਸ ਨਾਲ ਜੁੜੇ ਨੇ, ਮੇਰੇ ਪਿਤਾ ਜੀ ਨੂੰ ਐਮਰਜੈਂਸੀ ਦੀ ਜੇਲ੍ਹ 19 ਮਹੀਨੇ ਕੱਟਣੀ ਪਈ ਸੀ ਇਸ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ। ਔਰ ਉਸ ਤੋਂ ਬਾਅਦ ਨੈਸ਼ਨਲ ਸਿਕਿਉਰਿਟੀ ਐਕਟ NSA ਦੇ ਤਹਿਤ ਇਸ ਦੇਸ਼ ਦੀਆਂ ਦੂਰ ਦਰਾਡੇ ਜੇਲ੍ਹਾਂ ਉੜੀਸਾ ਕਿਉਂਝਰ, ਅਗਰਤਲਾ ਐਂਡ ਤ੍ਰਿਪੁਰਾ और फतेहपुर सिकरी उत्तर प्रदेश, हज़ारीबाग बिहार, ये असी उन्हां दी 6-6 7-7 साल दियां डिटेंशनस साडे परिवार ने अपने पिंडे दे उत्ते हंडाइयां ने। इसलिए साडे ते ये जिहड़े रेड ते आ धमकियां ते डरावे ये कख भी नहीं। हुण मैं तुहानूं डिटेल दसना चाहुंदा कि ये जिहड़ा रेड आ ये क्यों हो रहा वा। ते रेड इसलिए हो रहा वा क्योंकि मैं पिछले काफ़ी अरसे तो, बल्कि असी सारे ਜਿਹੜੇ ਸਾਡੇ ਨਾਲ ਸਤਿਕਾਰਯੋਗ MLAs ਨੇ, ਅਸੀਂ ਸਾਰਿਆਂ ਨੇ ਬੜੇ ਡਟ ਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ। ਨਵਰੀਤ ਸਿੰਘ ਕਤਲकांड ਦਿੱਲੀ ਪੁਲਿਸ ਦੇ ਖਿਲਾਫ ਡਟ ਕੇ ਚੱਕਿਆ ਵਾ। ਜੋ ਵੀ ਸਾਡੇ ਕੋਲ ਸੋਸ਼ਲ ਮੀਡੀਆ ਦੇ ਉੱਤੇ ਸ਼ਕਤੀ ਸੀਗੀ, ਉਹ BJP ਦੀ ਸਰਕਾਰ ਦੇ ਖਿਲਾਫ ਅਸੀਂ ਆਪਣੀ ਆਵਾਜ਼ ਪੂਰੀ ਬੁਲੰਦ ਕੀਤੀ ਆ। ਜਿਸ ਤਰ੍ਹਾਂ ਗਵਰਨਮੈਂਟ ਅੱਜ ਦੇਸ਼ ਦੇ ਵਿੱਚ ਹਿਊਮਨ ਰਾਈਟ ਐਕਟਿਵਿਸਟ ਦੀ, ਜਿਹੜੇ ਲੋਕ ਸੈਲੀਬ੍ਰਿਟੀਜ਼ ਨੇ ਜਿਹੜੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੋਲਦੇ ਨੇ, ਜਾਂ ਜਿਹੜੇ ਕੁਝ ਇੰਡੀਪੈਂਡੈਂਟ ਵੌਇਸਿਸ ਨੇ, ਉਹਨਾਂ ਨੂੰ ਧਮਕਾਉਣ ਲਈ, ਉਹਨਾਂ ਦੀ ਆਵਾਜ਼ ਬੰਦ ਕਰਾਉਣ ਵਾਸਤੇ, ਉਹਨਾਂ ਨੂੰ ਇੰਟੀਮੀਡੇਟ ਤੇ ਉਹਨਾਂ ਦੀ ਆਵਾਜ਼ ਨੂੰ ਗੈਗ ਕਰਨ ਦੇ ਨਜ਼ਰੀਏ ਨਾਲ ਸਾਰੇ ਦੇਸ਼ ਵਿੱਚ ਇਸ ਵਕਤ ਇਸ ਤਰ੍ਹਾਂ ਦੇ ਰੇਡਸ ਚੱਲ ਰਹੇ ਨੇ। ਚਾਹੇ ਉਹ ਤਾਪਸੀ ਪੰਨੂ ਐਕਟਰੈਸ ਹੈ, ਅਨੁਰਾਗ ਕਸ਼ਯਪ ਹੈ, ਦਿਸ਼ਾ ਰਵੀ ਲੜਕੀ ਕਲਾਈਮੇਟ ਦੀ ਕੈਂਪੇਨਰ ਹੈ, ਚਾਹੇ ਉਹ ਸਾਡੀ ਨੋਦੀਪ ਕੌਰ ਆ, ਚਾਹੇ ਲੱਖੇ ਸਿਧਾਣੇ ਤੇ ਪਰਚਾ ਵਾ, ਚਾਹੇ ਦੀਪ ਸਿੱਧੂ ਅੰਦਰ ਆ, ਚਾਹੇ ਜਿਹੜਾ ਸ਼ਿਵ ਕੁਮਾਰ ਇੰਜਰਡ ਆ, ਚਾਹੇ ਰਣਜੀਤ ਸਿੰਘ ਜਿਹਨੂੰ ਚੱਕ ਕੇ ਤਿਹਾੜ ਜੇਲ੍ਹ ਦੇ ਵਿੱਚ ਠੋਕਿਆ ਵਾ। ਮੇਰੇ ਤਾਂ ਹਲੇ ਰੇਡ ਹੀ ਹੋਇਆ ਨਾ, ਉਹਨਾਂ ਦੇ ਚੱਡੇ ਪਾੜ ਦਿੱਤੇ ਨੇ, ਲੜਕੀਆਂ ਦੀ ਪ੍ਰਾਈਵੇਟ ਪਾਰਟਸ ਡੈਮੇਜ ਕੀਤੇ ਨੇ, ਉਹਨਾਂ ਦੀ ਲਿਬਰਟੀ ਨੂੰ ਇਨਫ੍ਰਿੰਜ ਕੀਤਾ ਵਾ। ਇਸ ਲਈ ਅੱਜ ਦੇ ਰੇਡ ਜਿਹੜਾ ਇਹਨਾਂ ਨੇ ਬਹੁਤ ਸਨਸਨੀ ਬਣਾਇਆ। ਔਰ ਕੁਝ ਟੈਲੀਵਿਜ਼ਨ ਚੈਨਲਸ ਲਿਖ ਰਹੇ ਸੀਗੇ ਕਿ ड्रग्स ਨਾਲ ਕਨੈਕਟਡ ਹੈ, ਪਾਸਪੋਰਟਸ ਨਾਲ ਕਨੈਕਟਡ ਹੈ, ਹਿਊਮਨ ਟ੍ਰੈਫਿਕਿੰਗ ਨਾਲ ਕਨੈਕਟਡ ਹੈ। ਮੈਂ ਤੁਹਾਨੂੰ ਸਭ ਨੂੰ ਕਲੈਰੀਫਾਈ ਕਰਨਾ ਚਾਹੁੰਦਾ ਕਿ ਇਸ ਅੱਜ ਦੇ 10-12 ਘੰਟੇ ਦੇ ਰੇਡ ਵਿੱਚ ਇੱਕ ਲਫ਼ਜ਼ ਮੇਰੇ ਕੋਲੋਂ ਉਹਨਾਂ ਨੇ ਡਰੱਗਸ ਦਾ ਨਹੀਂ ਪੁੱਛਿਆ, ਇੱਕ ਲਫ਼ਜ਼ ਕੋਈ ਹਿਊਮਨ ਟ੍ਰੈਫਿਕਿੰਗ ਦਾ ਨਹੀਂ ਪੁੱਛਿਆ, ਇੱਕ ਲਫ਼ਜ਼ ਕੋਈ ਪਾਸਪੋਰਟ ਫਰਜ਼ੀ ਬਣਾਉਣ ਦਾ ਨਹੀਂ ਪੁੱਛਿਆ, ਕਿਉਂਕਿ ਅਸੀਂ ਕਦੇ ਗਲਤ ਕੰਮ ਕੀਤਾ ਹੀ ਨਹੀਂਗਾ। ਔਰ ਜਿਹੜੀ ਉਹ ਸਰਚ ਕਰਕੇ ਗਏ ਨੇ, ਕਿਉਂਕਿ ਹੁਣ ਉਹਨਾਂ ਨੇ ਕੁਛ ਤਾਂ ਲੈ ਕੇ ਜਾਣਾ ਸੀ ਨਾ, ਖਾਲੀ ਹੱਥ ਜਾਣੋ ਰਹੇ। ਜਿਹੜੇ ਮੇਰੀ ਵਾਈਫ ਨੇ
ਜਿਹੜੇ ਮੇਰੇ ਬੱਚਿਆਂ ਦੀ ਸ਼ਾਦੀ ਦਾ ਰਿਕਾਰਡ ਰੱਖਿਆ ਸੀ ਨਾ, ਡਾਇਰੀਜ਼ ਮੇਨਟੇਨ ਕਰਦੇ ਨਾ ਆਪਾਂ ਸਾਰੇ ਘਰਾਂ ਦੇ ਵਿੱਚ ਕਿ ਕਿੰਨਾ ਖਰਚਾ ਹੋਇਆ ਸ਼ਾਦੀ ਤੇ, ਕਿੰਨਾ ਸ਼ਗਨ ਦਿੱਤਾ ਲੋਕਾਂ ਨੇ, ਕਿੰਨਾ ਅਸੀਂ ਜਿਹੜੇ ਕੇਟਰਿੰਗ ਵਾਲੇ ਸੀ ਉਹਨਾਂ ਨੂੰ ਕਿੰਨਾ ਅਦਾ ਕੀਤਾ, ਕਿੰਨਾ ਐਡਵਾਂਸ ਕੀਤਾ। ਇਟਸ ਅ ਮੈਟਰ ਆਫ ਰਿਕਾਰਡ। ਦੋਨੋਂ ਮੇਰੇ ਬੱਚਿਆਂ ਦੀਆਂ 2 ਡਾਇਰੀਜ਼ ਸੀਗੀਆਂ, ਉਹਦੇ ਵਿੱਚ ਕਿੰਨੇ ਅਸੀਂ ਲੱਡੂ ਦੇ ਡੱਬੇ ਸ਼ਗਨ ਵਾਲੇ ਦਿਨ ਅਸੀਂ ਲੈ ਕੇ ਜਾਣੇ ਆ, ਕਿੰਨੇ ਕਾਜੂ ਦੇ ਡੱਬੇ ਆਰਡਰ ਕਰਨੇ ਨੇ, ਕਿੰਨਾ ਡਰਾਈ ਫਰੂਟ ਲੈ ਕੇ ਜਾਣਾ, ਕੱਲਾ ਪੇਜ ਮੇਰੇ ਕੋਲ ਸਾਈਨ ਕਰਾ ਕੇ, ਕਹਿਣ ਨੂੰ ਇੱਕ ਪੰਚਨਾਮਾ ਸਾਈਨ ਕਰਾ ਕੇ ਜਾਂਦੇ ਨੇ। ਉਸ ਪੰਚਨਾਮੇ ਵਿੱਚ ਕਹਿਣ ਨੂੰ 10 12 15 ਚੀਜ਼ਾਂ ਪਾਤੀਆਂ ਉਹਨਾਂ ਨੇ, ਪਰ ਪਾਈਆਂ ਸਾਰੀਆਂ ਇਦਾਂ ਦੀਆਂ ਫ੍ਰਿਵਲਸ ਨੇ, ਫ੍ਰਿਵਲਸ। ਔਰ ਜਿਹੜਾ 1-2 ਗੱਲਾਂ ਇੰਪੋਰਟੈਂਟ ਫਾਈਨੈਂਸ਼ੀਅਲ ਡੀਲਿੰਗਸ ਪੁੱਛਦੇ ਸੀ, ਉਹ ਸਾਡੇ ਆਪਣੇ ਪਰਿਵਾਰ ਦੇ ਪੁੱਛੀ ਜਾਂਦੇ ਨੇ। ਤੁਹਾਡੇ ਆਪਣੇ ਬੇਟੇ ਦੇ ਨਾਲ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੈ ਕੋਈ? ਤੁਹਾਡੀ ਆਪਣੀ ਬੇਟੀ ਦੇ ਨਾਲ ਕੋਈ ਟ੍ਰਾਂਜੈਕਸ਼ਨਸ ਹੈ? ਇੱਕ ਮੇਰਾ ਬੇਟੇ ਨੇ, ਕਿਉਂਕਿ ਹੁਣ ਰੀਸੈਂਟਲੀ ਇੱਕ ਅਪਾਰਟ ਫਰੋਮ ਪ੍ਰੈਕਟਿਸਿੰਗ ਇਨ ਦਾ ਹਾਈ ਕੋਰਟ, ਇਸਨੇ ਇੱਕ ਸਟੋਨ ਮੇਸਨ ਕੰਪਨੀ ਬਣਾਈ ਆ, ਛੋਟੀ ਜੀ ਕੰਸਟਰਕਸ਼ਨ ਦੀ, ਜਿੱਦਾਂ ਐਂਟਰਪ੍ਰੈਨਰ ਹੁੰਦੇ ਨੇ। ਹਾਂਜੀ, ਪਾਰਟਨਰਸ਼ਿਪ ਫਰਮ ਕੰਪਨੀ ਨਹੀਂ ਬਣਾਈ, ਪਾਰਟਨਰਸ਼ਿਪ ਫਰਮ। ਹਰ ਇੱਕ ਆਦਮੀ ਚਾਹੁੰਦਾ ਜ਼ਿੰਦਗੀ 'ਚ ਕਿ ਮੈਂ ਵੀ ਤਰੱਕੀ ਕਰਾਂ। ਉਹਦੇ 'ਚ ਅਸੀਂ ਇੱਕ ਬਹੁਤ ਨਾਮਾਤਰ ਛੋਟੀ ਜੀ ਇਹਨਾਂ ਨੇ ਰਲ ਕੇ ਤੇ ਮੇਰੇ ਸਨ ਇਨ ਲਾਅ ਨੇ ਰਲ ਕੇ ਇੱਕ ਇਨਵੈਸਟਮੈਂਟ ਕੀਤੀ ਆ ਤੇ 200 ਗਜ਼ ਦੇ ਕੋਈ 3-4 ਪਲਾਟਸ ਲਏ ਨੇ। ਉਹਦੇ ਤੇ ਉਹਨਾਂ 'ਚੋਂ ਇੱਕ ਤੇ ਕੰਸਟਰਕਸ਼ਨ ਸ਼ੁਰੂ ਕੀਤੀ ਆ, ਸ਼ਾਇਦ 1 ਜਾਂ 1.5 ਤੇ ਜਾਂ 2 ਦੇ ਉੱਤੇ। ਔਰ ਸਾਰਾ ਪੈਸਾ 100% ਥਰੂ ਬੈਂਕ ਚੈਕਸ, ਸਾਰਾ ਕੈਪੀਟਲ ਇਨਵੈਸਟਮੈਂਟ ਥਰੂ ਪ੍ਰੋਪਰ whatever transactions till date stone mason partnership firm ਦੇ ਵਿੱਚ ਹੋਈਆਂ ਨੇ, ਇੱਕ ਪੈਸਾ ਅਕਾਊਂਟਡ ਫੋਰ ਹੈ। ਇੱਕ ਉਹਦੀ ਡਿਟੇਲਸ ਬਹੁਤ ਚੱਕ ਕੇ ਲੈ ਗਏ ਨੇ, ਚਲੋ ਲੈ ਜਾਣ, ਕੋਈ ਇਤਰਾਜ਼ ਨਹੀਂਗਾ। ਦੂਸਰਾ, ਮੇਰੇ ਸਨ ਇਨ ਲਾਅ ਸਰਦਾਰ ਦਰਬਾਰਾ ਸਿੰਘ, ਜਿਹੜੇ ਫਾਰਮਰ ਚੀਫ ਮਿਨਿਸਟਰ ਸੀ ਪੰਜਾਬ ਦੇ, ਉਹਨਾਂ ਦੇ ਗ੍ਰੈਂਡਸਨ ਨੇ। ਔਰ ਮੈਂ ਕੋਈ ਮਾਣ ਜਾਂ ਹੰਕਾਰ ਨਹੀਂਗਾ, ਪਰ ਵਾਹਿਗੁਰੂ ਦਾ ਦਿੱਤਾ ਹੋਇਆ ਸਭ ਕੁਝ ਸਾਰਿਆਂ ਦੇ ਕੋਲ ਹੈਗਾ। ਉਹ ਬੜੇ ਇੱਕ ਬਰਸਰੇ ਰੁਜ਼ਗਾਰ ਫੈਮਿਲੀ ਆ। ਉਹਨਾਂ ਦਾ ਆਪਣਾ ਆਈਟੀ ਦਾ ਬਿਜ਼ਨਸ ਹੈ। ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਇੱਕ ਆਈਟੀ ਕੰਪਨੀ ਹੈਗੀ ਆ। ਉਸ ਆਈਟੀ ਕੰਪਨੀ ਨਾਲ ਕਨੈਕਟਡ ਮੇਰੇ ਨਾਲ ਕੋਈ ਟ੍ਰਾਂਜੈਕਸ਼ਨ, ਤੁਹਾਡੀ ਲੈਣ ਦੇਣ ਕੋਈ, ਉਹ ਸਾਰਾ ਉਹ ਜਿੰਨਾ ਸਾਡੇ ਕੋਲ ਅਵੇਲੇਬਲ ਰਿਕਾਰਡ ਸੀ ਦਿੱਤਾ। ਇੱਕ ਨਾ ਹਾਸੋਈ ਨਹੀਂ ਗੱਲ ਆ, ਮੇਰੀ ਬੇਟੀ ਜਿਹੜੀ ਸਿਮਰ ਖਹਿਰਾ, ਜੋਹਲ ਕਹਿੰਦੇ ਜੋਹਲ ਹੈ ਹੁਣ, ਉਹਨਾਂ ਨੇ ਇੱਕ ਨਾ ਚੈਰਿਟੀ, ਉਹਨਾਂ ਨੂੰ ਦਿਲ ਕਰਦਾ ਜਦੋਂ ਕਿਸਾਨ ਅੰਦੋਲਨ ਆਇਆ, ਉਹਨਾਂ ਨੇ ਉਹਦੇ 'ਚ ਹੀ ਬਹੁਤ ਯੋਗਦਾਨ ਪਾਇਆ। ਫਿਰ ਉਹਨਾਂ ਨੂੰ ਇੱਕ ਦਿਨ ਪਿਰਮਲ ਸਿੰਘ ਖਾਲਸਾ MLA ਮੇਰੇ ਕੋਲ ਆਏ, ਉਹ ਕਹਿੰਦੇ ਜੀ ਮੇਰੇ ਨਾ 3 ਭਦੌੜ ਹਲਕੇ ਦੇ, ਸੰਗਰੂਰ ਦੇ ਸਾਡੇ 3 ਕੈਂਸਰ ਪੇਸ਼ੈਂਟਸ ਨੇ, 3 ਕੈਂਸਰ ਪੇਸ਼ੈਂਟਸ ਨੇ, ਉਹਨਾਂ ਨੂੰ ਤੁਸੀਂ 25-30 ਹਜ਼ਾਰ ਰੁਪਇਆ ਦੇ ਦਿਓਗੇ? ਹੁਣ ਮੇਰੇ ਕੋਲ ਤਾਂ ਇੰਨੇ ਪੈਸੇ ਹੈ ਨਹੀਂ ਮੇਰੇ ਵੀਰੋ। ਮੈਂ ਆਪਣੀ ਬੇਟੀ ਨੂੰ, ਆਪਣੇ ਸਨ ਇਨ ਲਾਅ ਨੂੰ ਬੇਨਤੀ ਕੀਤੀ, ਉਹਨਾਂ ਨੇ ਇੱਕਦਮ ਉਹਨਾਂ 3 ਅਕਾਊਂਟਸ ਵਿੱਚ ਨਾ, ਕਿਸੇ 'ਚ ਸ਼ਾਇਦ ਇੱਕ 'ਚ 15,000 ਪਾਇਆ, ਇੱਕ 'ਚ 20,000 ਪਾਇਆ, 2 ਅਕਾਊਂਟਾਂ 'ਚ ਸ਼ਾਇਦ 12,500 ਪਾਇਆ। ਉਹ ਵੀ ਇਸ ਸੀਜ਼ਰ ਦਾ ਰਿਕਾਰਡ ਆ, ਸਮਝ ਗਏ ਤੁਸੀਂ? ਅੱਛਾ, ਹੁਣ ਅੱਗੇ ਚਲੋ, ਜਿਹੜੇ ਮੇਰੇ ਆਪਣੇ ਘਰ ਦੇ ਡਾਕੂਮੈਂਟਸ ਨੇ, ਇਸ ਘਰ ਦੇ, ਜਿਹੜੇ ਮੈਂ ਆਪ ਖੁਦ ਮਾਲਕ ਆ, ਉਹ ਵੀ ਸੀਜ਼ਰ ਦਾ ਪਾਰਟ ਹੈ, ਰਿਕਾਰਡ ਆ। ਜਿਹੜਾ ਮੇਰੀ ਜ਼ਮੀਨ ਐਗਰੀਕਲਚਰ ਲੈਂਡ ਆ, ਉਹ ਵੀ ਇਹ ਸੀਜ਼ਰ ਦਾ ਪਾਰਟ ਆਫ ਰਿਕਾਰਡ ਆ। ਇੱਕ ਤੁਸੀਂ ਹੈਰਾਨ ਹੋਵੋਗੇ, ਜਿਹੜੇ ਡਾਕੂਮੈਂਟਸ ਦਾ ਮੇਰੇ ਨਾਲ ਕੋਈ ਸਰੋਕਾਰ ਨਹੀਂ, ਕਿਉਂਕਿ ਮੇਰੇ ਕੋਲ ਕੁਝ ਲੋਕ ਆਉਂਦੇ ਨੇ ਜਿਹੜੇ ਨਾ ਕਰਪਸ਼ਨ ਦੇ ਕੇਸਿਸ ਹਾਈਲਾਈਟ ਕਰਾਉਣਾ ਚਾਹੁੰਦੇ ਨੇ, ਜਾਂ ਬੇਇਨਸਾਫੀ ਹੁੰਦੀ, ਜਿੱਦਾਂ ਲੁਧਿਆਣਾ ਸਿਟੀ ਸੈਂਟਰ ਆ। ਲੁਧਿਆਣਾ ਸਿਟੀ ਸੈਂਟਰ ਦਾ ਇੱਕ ਅੰਦਰ ਡਾਕੂਮੈਂਟ ਪਿਆ ਸੀਗਾ, ਜਿਹੜਾ ਮੈਨੂੰ ਲੋਕੀ ਏਡਾ ਪੁਲੰਦਾ ਦੇ ਕੇ ਗਏ ਸੀ ਟੁਡੇ ਹੋਮਸ ਦਾ, ਉਸ ਨੂੰ ਵੀ ਮੈਨੂੰ ਸੀਜ਼ਰ ਵਿੱਚ ਪਾਉਣ ਨੂੰ ਫਿਰਦੇ ਸੀ। ਮੈਂ ਕਿਹਾ ਕੁਛ ਤਾਂ ਸ਼ਰਮ ਕਰੋ। ਇਹ ਲੁਧਿਆਣਾ ਸਿਟੀ ਸੈਂਟਰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕਰਪਸ਼ਨ ਦਾ ਮੈਟਰ ਸੀ, ਟੁਡੇ ਹੋਮਸ ਦਾ। ਉਹ ਸਾਰਾ ਜਿਹੜਾ ਹੈਗਾ ਵਾ, ਇਸ ਵਕਤ ਉਹ ਅਦਾਲਤਾਂ ਉਹਨਾਂ ਨੂੰ ਬਰੀ ਕਰ ਚੁੱਕੀਆਂ ਨੇ। ਮੇਰਾ ਇਹਦੇ ਨਾਲ ਕੀ ਸਰੋਕਾਰ? ਖੈਰ, ਉਹਨਾਂ ਨੇ ਉਹ ਡਾਕੂਮੈਂਟ ਛੱਡਤਾ। ਇੱਕ ਤੁਸੀਂ ਹੈਰਾਨ ਹੋਵੋਗੇ, ਇੱਕ ਨਾ ਬੀਬੀ ਜਗੀਰ ਕੌਰ ਦੇ ਖਿਲਾਫ ਲੋਕਪਾਲ ਦੇ ਕੰਪਲੇਂਟ ਚੱਲਦੀ ਆ। ਇੱਕ ਮਿੰਟ ਯਾਰ, ਗੱਲ ਕਰ ਲੈਣ ਦਿਓ ਛੋਟੇ ਵੀਰ, ਜਾਂ ਤੁਸੀਂ ਗੱਲ ਕਰ ਲਓ ਜਾਂ ਮੈਂ ਗੱਲ ਕਰ ਲੈਣਾ। ਇੱਕ ਬੀਬੀ ਜਗੀਰ ਕੌਰ ਦੇ ਖਿਲਾਫ ਲੋਕਪਾਲ ਦੇ ਕਰਪਸ਼ਨ ਦੀ ਕੰਪਲੇਂਟ ਚੱਲ ਰਹੀ ਆ 2011 ਦੀ। ਹੁਣ ਸਾਰੇ ਡਾਕੂਮੈਂਟਸ ਘਰ ਵਿੱਚ ਆਮ ਪਏ ਹੁੰਦੇ ਆ, ਮੇਰੇ ਕੋਲ ਤਾਂ ਪੁਲੰਦਿਆਂ ਦੇ ਪੁਲੰਦੇ ਪਏ ਨੇ, ਜਿਹੜੇ ਲੋਕੀ ਡਾਕੂਮੈਂਟਸ ਸਕੈਂਡਲਸ ਦੇ ਭੇਜਦੇ ਨੇ। ਉਹਦੇ ਵਿੱਚੋਂ ਇੱਕ ਕੁਝ ਡਾਕੂਮੈਂਟਸ ਕੱਢ ਕੇ, ਜਿਹੜੀ ਲੋਕਪਾਲ ਦੇ ਕੰਪਲੇਂਟ ਹੈ, ਬੀਬੀ ਜਗੀਰ ਕੌਰ ਨੇ ਆਪਣੇ ਨਗਰ ਪੰਚਾਇਤ ਬੇਗੋਵਾਲ ਦੀ ਬੇਸ਼ਕੀਮਤੀ 100 ਕਰੋੜ ਦੀ ਜ਼ਮੀਨ 22-23 ਏਕੜ ਆਪਣੇ ਕਬਜ਼ੇ 'ਚ ਕੀਤੀ, ਉੱਥੇ ਗੋਲਫ ਕਲੱਬ ਬਣਾਇਆ ਹੋਇਆ, ਆਪਣੇ ਦੋਤੇ ਵਾਸਤੇ ਗੋਲਫ ਕੋਰਸ ਬਣਾਇਆ ਵਾ। ਉਹਦੇ ਡਾਕੂਮੈਂਟਸ ਵਿੱਚੋਂ ਇੱਕ ਡੀਡ ਚੱਕ ਕੇ, ਹਾਸੋ ਹੀ ਨਹੀਂ ਗੱਲ, ਉਹ ਇੱਕ ਡੀਡ ਚੱਕ ਕੇ, ਉਹ ਵੀ ਉਸ ਨੂੰ ਜਿਹੜਾ ਸਰਚ ਤੇ ਸੀਜ਼ਰ ਦਾ ਪ੍ਰਾਪਰਟੀ ਬਣਾ ਕੇ ਉਹਨੂੰ ਵਿੱਚ ਪਾਤਾ। ਮੈਂ ਉਹਨਾਂ ਨੂੰ ਕਿਹਾ ਕਿ ਇਸ ਦਾ ਕੀ ਮਤਲਬ ਹੈ? ਉਹ ਕਹਿੰਦੇ ਜੀ ਸਾਡਾ ਕੰਮ ਹੈਗਾ ਸਰਚ ਕਰਨਾ, ਅਸੀਂ ਕੁਝ ਤਾਂ ਲੱਭਣਾ ਸੀਗਾ, ਅਸੀਂ ਉਹ ਲੱਭ ਕੇ ਡਾਕੂਮੈਂਟਸ ਜਿਹੜੇ ਨੇ ਉਹਨੂੰ ਪੰਚਨਾਮੇ ਦਾ ਪਾਰਟ ਬਣਾ ਕੇ, ਅਸੀਂ ਜਿਹੜੇ ਇਨਵੈਸਟੀਗੇਟਿੰਗ ਆਫਸਰ ਹੈ ਉਹ ਫੈਸਲਾ ਕਰਨਗੇ ਇਹਦੇ ਉੱਤੇ ਕੀ ਕੀਤਾ ਜਾਵੇਗਾ। ਲਾਈਕਵਾਈਜ਼ ਇਸ ਤਰ੍ਹਾਂ ਦੀਆਂ ਚੀਜ਼ਾਂ, ਜਸਟ ਟੂ ਮੇਕ ਅ ਰਿਕਾਰਡ, ਜਸਟ ਟੂ ਮੇਕ ਇਟ ਲਾਈਕ ਸੈਂਸੇਸ਼ਨਲ, ਕਿ ਅਸੀਂ ਪਮਲਾ
ਵਾਟਐਵਰ ਮਨੀ ਲਾਂਡਰਿੰਗ ਐਕਟ, ਉਹਦੇ ਤਹਿਤ ਅਸੀਂ ਬੜੇ ਡਾਕੂਮੈਂਟਸ ਲੈ ਕੇ ਚੱਲੇ ਆ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪਮਲਾ ਕੌਣ ਲੋਕ ਕਰਦੇ ਨੇ, ਮਨੀ ਲਾਂਡਰਰਸ, ਜਿਨ੍ਹਾਂ ਕੋਲ ਕਾਲਾ ਧਨ ਆ, ਜਿਹੜੇ ਓਵਰਸੀਜ਼ ਆਫਸ਼ੋਰ ਅਕਾਊਂਟਸ ਬਣਾਉਂਦੇ ਨੇ, ਇੱਥੋਂ ਕਾਲਾ ਮਨੀ ਪੈਸਾ ਭੇਜਦੇ ਨੇ, ਘੁਮਾ ਕੇ ਦੇਸ਼ਾਂ 'ਚੋਂ ਵਿਦੇਸ਼ਾਂ 'ਚੋਂ ਚਿੱਟਾ ਕਰਦੇ ਨੇ। ਜਿਹੜੇ ਲੋਕ 1000 2000 5000 10,000 ਕਰੋੜ ਦੇ ਮਨੀ ਲਾਂਡਰਿੰਗ ਕਰਦੇ, ਉਹਨਾਂ ਨੂੰ ਤਾਂ ਛੇੜਦੇ ਨਹੀਂ ਗਏ। ਜਿਹੜੇ ਸਾਡੇ ਵਰਗੇ ਪਹਿਲਾਂ ਹੀ ਕਰਜ਼ਈ ਨੇ ਲੋਕ, ਲਾਈਕ ਮੈਂ ਸਵੇਰੇ ਵੀ ਕਿਹਾ ਸੀਗਾ ਆਣ ਕੇ ਬਾਹਰ ਕੇ ਦੇਖੋ, ਨੋਰਮਲ ਆਪਣੇ ਘਰ ਦੀਆਂ ਗੱਲਾਂ ਕੋਈ ਦੱਸਦਾ ਨਹੀਂ ਹੁੰਦਾ, ਪਰ ਮਨੀ ਲਾਂਡਰਰ ਤਾਂ ਉਹ ਹੁੰਦਾ ਜਿਹਦੇ ਕੋਲ ਘੱਟੋ ਘੱਟ 500 700 200 400 ਕਰੋੜ ਰੁਪਇਆ ਹੋਵੇ। ਮੈਂ ਤਾਂ ਉਲਟਾ 2.5 ਕਰੋੜ ਦਾ ਕਰਜ਼ਈ ਆ। ਮੈਂ ਆਪਣੇ ਜ਼ਮੀਨ ਦੇ ਅਗੇਂਸਟ ਪਲੇਜ ਕਰਕੇ ਆਪਣੀ ਪ੍ਰਾਪਰਟੀ ਮੈਂ ਐਗਰੀਕਲਚਰ ਲਿਮਿਟਸ ਬਣਾਈਆਂ ਹੋਈਆਂ ਨੇ। ਔਰ ਮਾਈਂਡ ਯੂ, ਜਦੋਂ 2 ਕਰੋੜ ਰੁਪਇਆ 2.5 ਕਰੋੜ ਦਾ 10% ਦੇ ਨਾਲ ਵਿਆਜ ਆ, ਮੈਨੂੰ 20-25 ਲੱਖ ਰੁਪਇਆ ਉਹਨਾਂ ਬੈਂਕਾਂ ਨੂੰ, ਸਰਕਾਰੀ ਬੈਂਕ ਨੇ ਉਹਨਾਂ ਨੂੰ ਵਿਆਜ ਭਰਨਾ ਪੈਂਦਾ ਵਾ। ਉਹ ਮੈਂ ਕਦੀ ਵਿਆਜ ਆਪਣੀ ਆਮਦਨ ਚੋਂ ਨਹੀਂ ਵੀ ਭਰ ਪਾਉਂਦਾ ਤਾਂ ਮੈਨੂੰ ਕਦੀ ਮੇਰੇ ਰਿਸ਼ਤੇਦਾਰ ਕਰੀਬੀ, ਜਿੱਦਾਂ ਮੇਰੇ ਬੇਟੇ, ਮੇਰੇ ਸਨ ਇਨ ਲਾਅ ਨੇ ਪੈਸਾ ਮੈਨੂੰ ਲੋਨ ਐਡਵਾਂਸ ਕਰਤਾ, ਕੋਈ ਅੱਛੇ ਦੋਸਤ, ਕਦੀ ਮੈਨੂੰ ਲੋੜ ਪੈਂਦੀ ਮੈਂ ਉਹ ਵਿਆਜ ਭਰਦਾ ਵਾਂ। ਮੇਰਾ 2.5 ਕਰੋੜ ਉਸੇ ਤਰ੍ਹਾਂ ਨਾਲ ਲਿਮਿਟਸ ਦਾ ਖੜਾ ਵਾ। ਨਾਓ ਯੂ ਟੈਲ ਮੀ ਵਨ ਥਿੰਗ, ਵਾਟ ਰੋਂਗ ਹੈਵ ਆਈ ਡਨ ਇਨ ਦਿਸ ਕੰਟਰੀ? ਸਿਰਫ ਆਪਣੀ ਆਵਾਜ਼ ਉਠਾਉਣਾ, ਸਿਰਫ ਸਰਕਾਰ ਦੇ ਖਿਲਾਫ ਬੋਲਣਾ, ਸਿਰਫ ਕਿਸਾਨਾਂ ਦੇ ਹੱਕ ਵਿੱਚ ਬੋਲਣਾ, ਕਿ ਸਿਰਫ ਪੰਜਾਬ ਦੇ ਨੌਜਵਾਨਾਂ ਦੀ ਹਿਫਾਜ਼ਤ ਕਰਨਾ, ਜਾਂ ਜਿਹੜੀਆਂ ਬਰੂਟੈਲਿਟੀਜ਼ ਹੋ ਰਹੀਆਂ, ਜੋ ਪੁਲਿਸ ਟੌਰਚਰ ਹੋ ਰਿਹਾ, ਉਹਦੇ ਖਿਲਾਫ ਬੋਲਣਾ, ਇਹ ਗੁਨਾਹ ਆ ਯਾਰ ਇਸ ਦੇਸ਼ ਦੇ ਵਿੱਚ। ਇਹਦਾ ਮਤਲਬ ਅੱਜ ਸਾਡਾ ਜਿਹੜਾ ਮੌਲਿਕ ਅਧਿਕਾਰ ਆ, ਫੰਡਾਮੈਂਟਲ ਰਾਈਟ ਆ, freedom to speech and freedom to expression, that is absolutely being snatched away by this government. And not only mine, like I told you before, this right of thousands and thousands of people has been taken away. ਉਹ ਮੈਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਇਹਨਾਂ ਦੇ ਕੋਲੋਂ ਮਿਲਦੀ ਆ, ਇੱਕ ਮੇਰੇ ਸਨ ਇਨ ਲਾਅ ਦੇ ਜਿਹੜੇ ਰੈਜ਼ੀਡੈਂਸ਼ੀਅਲ ਪ੍ਰੈਮਿਸਿਸ ਸੀਗੇ ਦਿੱਲੀ ਦੇ ਵਿੱਚ, ਉਹ ਕੁਝ ਗਲਤ ਕੰਮ ਨਹੀਂ ਕਰਦੇ। ਇੱਕ ਚੀਜ਼, ਇੱਕ ਪੈਸਾ, let me reiterate, is in absolute in the books of his income tax returns, and by the way he's habitual ਕਿ ਹਰ ਐਂਟਰੀ ਕੋਈ 10,000 ਦੀ ਵੀ ਉਹਨੇ ਪੇਮੈਂਟ ਕਰਨੀ, ਉਹ ਬਾਈ ਚੈੱਕ ਕਰਦਾ ਵਾ। ਇਸ ਲਈ ਗੁੱਡ, ਐਂਡ ਵੀ ਆਰ ਵੈਰੀ ਵੈਰੀ ਵਾਟ ਸ਼ੁਡ ਆਈ ਸੇ, ਕਿ ਅਸੀਂ ਬੜੇ ਮਾਣ ਨਾਲ ਦਾਅਵੇ ਨਾਲ ਕਹਿ ਸਕਦੇ ਕਿ ਉਹਦਾ ਕੋਈ ਵੀ ਕਾਰੋਬਾਰ ਗਲਤ ਨਹੀਂ ਹੋ ਸਕਦਾ। ਉਹਨੂੰ ਮੇਰੇ ਕਰਕੇ, ਕਿਉਂਕਿ ਮੈਂ ਸਰਕਾਰ ਦੇ ਖਿਲਾਫ ਬੋਲਦਾ, ਉਹਨੂੰ ਵੀ ਟਾਰਗੇਟ ਕੀਤਾ ਗਿਆ। ਇੱਕ ਰੇਡ ਮੇਰੇ ਪਿੰਡ ਦੇ ਰੈਜ਼ੀਡੈਂਸ਼ੀਅਲ ਜਿਹੜਾ ਸਾਡਾ ਰਾਮਗੜ੍ਹ ਦਾ ਜੱਦੀ ਘਰ ਹੈਗਾ, ਇੱਕ ਉੱਥੇ ਕੀਤਾ ਵਾ। ਬਾਕੀ ਰੇਟ ਜਿਹੜੇ ਪੰਜਾਬ 'ਚ ਮੈਨੂੰ ਉਹਦੇ ਨਾਲ, ਉਸ ਤੋਂ ਬਾਅਦ ਤੁਹਾਡੇ ਪੀਏ ਨੂੰ ਵੀ ਉਹਦੇ ਘਰ ਵੀ ਗਏ ਹੈਗੇ ਨੇ, ਮਨੀਸ਼ ਜਿਹੜੇ ਹੈਗੇ ਨੇ, ਉਹਨਾਂ ਚਲੇ ਗਏ ਹੋਣਗੇ। ਉਹ ਪੀਏ ਦਾ ਜਿੱਦਾਂ ਡਾਕੂਮੈਂਟਸ ਉਹਦੇ ਫੋਨ ਸੀਜ਼ ਕਰ ਲਿਆ, ਜਾਂ ਸਾਡੇ ਜਿਹੜੇ ਸਟਾਫ ਉੱਤੇ ਕੁੱਕ ਸੀਗਾ ਉਹਦਾ ਫੋਨ ਰਖਾ ਲਿਆ। ਇੱਥੇ ਸਾਡੇ ਜਿੰਨੇ ਰੋਟੀ ਪਕਾਉਣ ਵਾਲੇ ਜਿਹੜੇ ਵਿਚਾਰੇ ਸਾਡੀ ਸੇਵਾ ਕਰਦੇ ਨੇ ਜਾਂ ਜਿਹੜੇ ਸਫਾਈ ਕਰਦੇ ਨੇ, ਉਹਨਾਂ ਦੇ ਫੋਨ ਰਖਾ ਲਏ। ਇੱਥੋਂ ਤੱਕ ਕਿ ਮੇਰੀ ਡਾਟਰ ਇਨ ਲਾਅ, ਸ਼ੀ ਇਜ਼ ਅ ਲੰਡਨ ਸਕੂਲ ਆਫ ਇਕਨੋਮਿਕਸ ਦੀ ਪੜ੍ਹੀ ਹੋਈ ਲੜਕੀ ਆ, ਔਰ ਉਹਨੇ ਬਹੁਤ ਵੱਡਾ ਡਾਟਾ ਉਹਦੇ ਕੋਲ ਸੀ। ਉਹਨੇ ਸਾਈਕੋਲੋਜੀ ਕਾਉਂਸਲਿੰਗ ਕਰਦੀ ਬੱਚਿਆਂ ਦੀ, ਔਰ ਉਹਨੇ ਬਹੁਤ ਇੰਪੋਰਟੈਂਟ ਸਟੋਰ 'ਚੋਂ ਅਸੀਂ ਉਹਨਾਂ ਨੂੰ ਘੱਟੋ ਘੱਟ ਇਹਦਾ ਫੋਨ ਤਾਂ ਦੇ ਦਿਓ, ਇਹਦਾ ਤਾਂ ਨਾ ਕੋਈ ਇਸ ਲੈਣਾ ਨਾ ਕੋਈ ਦੇਣਾ। ਮੇਰੇ ਉਹਦਾ ਵੀ ਫੋਨ ਲੈ ਗਏ, ਮੇਰੇ ਬੇਟੇ ਦਾ ਵੀ ਫੋਨ ਲੈ ਗਏ, ਮੇਰੇ ਬੇਟੇ ਦੇ ਲੈਪਟਾਪਸ ਲੈ ਗਏ, ਮੇਰੇ ਵਾਈਫ ਦਾ ਫੋਨ ਲੈ ਗਏ। ਮਤਲਬ ਵਾਟ ਇਜ਼ ਆਲ ਦਿਸ ਗੋਇੰਗ ਔਨ? ਇਜ਼ ਦਿਸ ਦ ਵੇ ਦੈਟ ਜਿਹੜੀ ਅਸੈਂਬਲੀ ਨੇ ਤੁਹਾਡੇ ਨਾਲ ਸਟੈਂਡ ਕੀਤਾ ਹੈ, ਉਹਨੂੰ ਕਿਵੇਂ ਦੇਖਦੇ ਹੈਗੇ ਜੀ? ਹੁਣ ਜਿਹੜਾ ਵਿਧਾਨ ਸਭਾ 'ਚ ਲੋਕਾਂ ਨੇ ਮੇਰੇ ਖਿਲਾਫ, ਮੇਰੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਲੋਕ ਮੇਰੇ ਹੱਕ ਵਿੱਚ ਬੋਲ ਰਹੇ ਨੇ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਰਿਣੀ ਆ। ਔਰ ਸਭ ਤੋਂ ਜ਼ਿਆਦਾ ਮੈਂ ਰਿਣੀ ਉਸ ਵਾਹਿਗੁਰੂ ਦਾ। ਮੈਂ ਤੁਹਾਨੂੰ ਦੁਬਾਰਾ ਕਹਿਣਾ ਚਾਹੁੰਦਾ, ਡਰ ਭੈ ਉਸ ਬੰਦੇ ਨੂੰ ਹੁੰਦਾ ਜਿਹੜਾ ਚੋਰ ਹੋਵੇ। ਆਈ ਹੈਵ ਡਨ ਨਥਿੰਗ ਰੋਂਗ ਇਨ ਮਾਈ ਲਾਈਫ। ਔਰ ਮੇਰੇ ਨੂੰ, ਮੈਂ ਜਿੱਦਾਂ ਪਹਿਲਾਂ ਤੁਹਾਨੂੰ ਕਿਹਾ ਕਿ ਮੇਰੇ ਤੇ ਪਹਿਲਾਂ ਮੁਕੱਦਮੇ, ਫਿਰ ਮੇਰੇ ਤੇ ਡਰੱਗਸ ਦਾ ਮਨ ਘੜਤ ਮੁਕੱਦਮਾ, ਬਹੁਤ ਮੇਰੇ ਵਿਰੋਧੀ ਜਿਹੜੇ ਕਲਪੇ, ਬੋਲੇ, ਝੂਠ ਸੱਚ ਲਿਖਿਆ, ਫਰਾਡ। ਬਟ ਲੈਟ ਮੀ ਟੈਲ ਯੂ, ਟਿਲ ਡੇਟ I am in politics since 1997, electoral politics. It makes it almost 24 years. ਇੱਕ ਵੀ ਆਦਮੀ, ਇੱਕ ਵੀ ਕੋਈ ਗੁਨਾਹ ਮੇਰੇ ਖਿਲਾਫ ਇਲਜ਼ਾਮ ਲਾਉਣਾ ਤਾਂ ਬਹੁਤ ਸੌਖਾ, ਇਲਜ਼ਾਮ ਲਾ ਕੇ ਭੱਜੋ। ਇੱਕ ਇਲਜ਼ਾਮ ਸਾਬਤ ਨਹੀਂ ਕਰ ਸਕਿਆ। ਇੱਕ ਵੀ ਕੋਈ 50,000 ਰੁਪਏ ਦਾ ਅਕਸਰ ਪੋਲਿਟਿਕਸ ਵਿੱਚ ਇੰਨੇ ਇਲਜ਼ਾਮ ਲੱਗਦੇ ਨੇ। ਮੈਂ ਆਪਣੇ ਹਲਕਾ ਭਲਾਤ ਵਿੱਚ ਅੱਧੀ ਸਦੀ ਦੇ ਅਸੀਂ ਵਿਚਰ ਰਹੇ ਹਾਂ। ਹਲਕਾ ਭਲਾਤ ਵਿੱਚ ਮੇਰੇ ਪਿਤਾ ਜੀ ਤੋਂ ਬਾਅਦ 50 years of political life in my father's and mine. ਇੱਕ ਵੀ ਆਦਮੀ ਆਣ ਕੇ ਕੋਈ ਕਹਿੰਦਾ ਵਾ ਕਿ ਸਾਡੇ ਨਾਲ ਇਹਨੇ ਧੋਖਾ ਕੀਤਾ, ਠੱਗੀ ਮਾਰੀ ਆ, ਕੋਈ ਬੇਈਮਾਨੀ ਕੀਤੀ? ਨੈਵਰ ਐਵਰ, ਬਿਕੋਜ਼ ਆਈ ਹੈਵ ਨਾਟ ਬੀਨ ਟੌਟ ਟੂ ਡੂ ਆਲ ਦਿਸ। ਖਹਿਰਾ ਸਾਹਿਬ ਤੁਹਾਨੂੰ ਕੁਝ ਕਹਿ ਕੇ ਵੀ ਗਏ ਹੋਣੇ ਆ ਈਡੀ ਵਾਲੇ ਵੀ, ਹਾਂ ਇਸ ਦਿਨ ਤੁਸੀਂ ਸਾਡੇ ਆਫਿਸ ਆਓ ਜਾਂ ਐਸੀ? ਨਹੀਂ, ਮੈਨੂੰ ਉਹਨਾਂ ਨੇ ਸਾਨੂੰ ਇੱਕ ਟਾਈਮ ਲਿਮਿਟ ਦਿੱਤਾ, ਸਾਨੂੰ ਇੱਕ ਪੰਚਨਾਮਾ ਜਿਹੜੀ ਡਿਟੇਲਸ ਆਫ ਰਿਕਵਰੀ ਆ ਉਹ ਦੇ ਕੇ ਗਏ ਨੇ। ਲੈਟ ਮੀ ਪੁੱਟ ਇਨ ਅ ਵਰਡ, ਉਹਨਾਂ ਦੀ ਜਿਹੜੀ ਇੱਕ ਲੇਡੀ ਹੈਡ ਸੀਗੀ, ਪ੍ਰੋਬੇਬਲੀ ਉਹਦਾ ਨਾਮ ਡਿਪਟੀ ਡਾਇਰੈਕਟਰ ਨੇਹਾ ਯਾਦਵ ਸੀ, ਡਿਪਟੀ ਡਾਇਰੈਕਟਰ ਇਨਫੋਰਸਮੈਂਟ ਡਾਇਰੈਕਟੋਰੇਟ, ਔਰ ਉਹਦੇ ਥੱਲੇ 3-4 ਅਸਿਸਟੈਂਟ ਡਾਇਰੈਕਟਰ ਸੀਗੇ
ਜਿਹਨਾਂ ਦਾ ਇੱਕ ਦਾ ਨਾਮ ਮੈਨੂੰ ਚੇਤੇ ਆ, ਸ਼ਾਇਦ ਮੀਨਾ ਸੀ ਜਾਂ ਦੂਜੇ ਦਾ ਸੁਧੀਰ ਸੀਗਾ। ਉਹਨਾਂ ਨੇ ਸਾਡੇ ਨਾਲ ਬਿਲਕੁਲ ਤਮੀਜ਼ ਨਾਲ ਪੇਸ਼ ਆਏ ਨੇ। ਸਾਡੀਆਂ ਔਰਤਾਂ ਸੀ ਅੰਦਰ, ਉਹਨਾਂ ਨੇ ਕਿਸੇ ਨਾਲ ਮਿਸਬਿਹੇਵ ਨਹੀਂ ਕੀਤਾ। ਉਹਨਾਂ ਨੇ ਆਪਣੀ ਸਰਚ, ਅਸੀਂ ਉਹਨਾਂ ਨੂੰ ਕੋਆਪਰੇਟ ਕੀਤਾ। ਅਸੀਂ ਕਿਹਾ ਜੋ ਤੁਹਾਨੂੰ ਲੱਭਦਾ, ਉਹ ਸਾਨੂੰ ਇਹ ਕਹਿ ਕੇ ਗਏ ਨੇ ਕਿ ਅਸੀਂ ਤਾਂ ਸਿਰਫ ਸਰਚ ਪਾਰਟੀ ਹਾਂ। ਅਸੀਂ ਜਿਹੜੇ ਡਾਕੂਮੈਂਟਸ ਸਾਨੂੰ ਲੱਭੇ ਨੇ ਉਹ ਅਸੀਂ ਜਿਹੜੇ ਹੈਗੇ ਨੇ ਦਿੱਲੀ, ਜਿਹੜਾ ਇਹਨਾਂ ਦਾ ਕੋਈ ਹੈੱਡ ਆਫਿਸ ਆ, ਅਸੀਂ ਉੱਥੇ ਭੇਜ ਦੇਣੇ ਆ। ਤੇ ਅਲਟੀਮੇਟਲੀ ਅਗਰ ਤੁਹਾਨੂੰ ਨੋਟਿਸ, ਉਹ ਸਮਝਣਗੇ ਕਿ ਨੋਟਿਸ ਇਸ਼ੂ ਕਰਨ ਯੋਗ ਹੈ ਕੇਸ, ਤੇ ਫਿਰ ਤੁਹਾਨੂੰ ਬੁਲਾਉਣਗੇ ਉਹ। ਲੈਟ ਮੀ ਮੇਕ ਇਟ ਕਲੀਅਰ, ਅਦਰ ਦੈਨ ਡਾਕੂਮੈਂਟਸ, ਅਦਰ ਦੈਨ ਫੋਨਸ, ਮੇਰੇ ਘਰ ਚੋਂ ਕੋਈ ਸੋਨਾ, ਕੋਈ ਕੈਸ਼, ਅਕਸਰ ਜਿਵੇਂ ਮਨੀ ਲਾਂਡਰਰ ਹਾਂ ਤੇ ਕੋਈ 10-20-50 ਲੱਖ ਕਰੋੜ ਰੁਪਇਆ ਤਾਂ ਕੈਸ਼ ਮੇਰੇ ਘਰ ਚ ਹੋਣਾ ਚਾਹੀਦਾ ਸੀ ਨਾ। ਇੱਕ ਨਵਾਂ ਪੈਸਾ ਨਹੀਂ ਸੀਜ਼ ਕਰਕੇ ਗਏ, ਇੱਕ ਨਵਾਂ ਪੈਸਾ, ਇੱਕ ਵੀ ਤੋਲਾ ਸੋਨੇ ਦਾ ਨਹੀਂ, ਇੱਕ ਵੀ ਕੋਈ ਹੋਰ ਇਨਕ੍ਰਿਮੀਨੇਟਿੰਗ ਐਨੀ ਪ੍ਰਾਪਰਟੀ, ਐਨੀ ਡਰੱਗਸ, ਐਨੀ ਰੋਂਗ ਥਿੰਗ, ਨਾਟ ਅ ਆਈਟਾ ਆਫ ਥਿੰਗ ਫਾਊਂਡ ਇਨ ਮਾਈ ਹਾਊਸ। ਸੋ ਮੈਨੂੰ ਖੈਰਾ ਸਾਹਿਬ ਬੜਾ ਖਿਲਾਰਾ ਪਾ ਕੇ ਜਾਂਦੇ ਨੇ। ਕਹਿ ਰਹੇ ਨੇ ਕਿ ਤੁਹਾਨੂੰ 1 ਸਾਲ ਪਹਿਲਾਂ ਬੀਜੇਪੀ ਨੇ ਆਫਰ ਕੀਤੀ, ਸ਼ਾਇਦ ਉਹਦੀ ਸਜ਼ਾ ਕੁਝ ਹੈ। ਨਹੀਂ, ਮੈਂ ਇਦਾਂ ਨਹੀਂ ਇਲਜ਼ਾਮ ਲਾਉਂਗਾ, ਪਰ ਇੱਕ ਗੱਲ ਜ਼ਰੂਰ ਹੈ ਕਿ ਇਹਦੇ ਚੋਂ ਬਦਲਾਖੋਰੀ ਦੀ ਬੂ ਤਾਂ ਆਉਂਦੀ ਆ। ਹੋਰ ਮੇਰਾ ਕੀ ਗੁਨਾਹ ਆ ਦੱਸੋ? ਮੈਂ ਕਿਸੇ ਵਿਦੇਸ਼ਾਂ ਬੈਂਕਾਂ ਵਿੱਚ ਮੇਰੇ ਅਕਾਊਂਟ, ਹੁਣ ਸਾਰੇ ਪੋਲੀਟੀਕਲ ਬੰਦਿਆਂ ਦੇ ਨੇ, ਮਾਫ ਕਰਨਾ, ਮੈਂ ਹੁਣ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ, ਤੁਸੀਂ ਬੜੀ ਅੱਛੀ ਤਰ੍ਹਾਂ ਸਮਝਦੇ ਹੋ। ਸਾਰਿਆਂ ਦੇ ਵਿਦੇਸ਼ੀ ਬੈਂਕਾਂ ਦੇ ਵਿੱਚ ਬਹੁਤ ਵੱਡੇ ਵੱਡੇ ਖਾਤੇ ਨੇ, ਸਾਰਿਆਂ ਦੇ ਵਿਦੇਸ਼ਾਂ ਵਿੱਚ ਬਹੁਤ ਵੱਡੇ ਟਰੱਕ ਪਾਰਕਿੰਗ ਲੋਟਸ ਨੇ, ਬਹੁਤ ਵੱਡੇ ਗੈਸ ਸਟੇਸ਼ਨਸ ਨੇ। ਅਸੀਂ ਇਦਾਂ ਦਾ ਕਦੀ ਕੰਮ ਜ਼ਿੰਦਗੀ 'ਚ ਨਹੀਂ ਕੀਤਾ। ਐਂਡ ਮੈਂ ਖੁਸ਼ ਹਾਂ ਜਿੰਨੀ ਮੈਨੂੰ ਰੋਟੀ ਮਿਲਦੀ, ਚਾਹੇ ਭਾਵੇਂ ਉਹ ਘੱਟ ਮਿਲਦੀ ਆ, ਔਰ ਜਿੰਨੀ ਮੈਨੂੰ ਆਪਣੀ ਜ਼ਿੰਦਗੀ, ਜਿਹਨੂੰ ਮੇਰੇ ਪਰਿਵਾਰ ਨੂੰ ਜਿੰਨੀ ਆਪਣੀ ਜ਼ਿੰਦਗੀ ਬਸਰ ਕਰਨ ਲਈ ਬਾਇਜ਼ਤ ਪੈਸੇ ਚਾਹੀਦੇ ਨੇ, ਉਹ ਸਾਨੂੰ ਉਹ ਪ੍ਰਮਾਤਮਾ ਦੇ ਹੀ ਜਾਂਦਾ। ਵੱਧ ਘੱਟ ਜ਼ਿੰਦਗੀ ਵਿੱਚ ਅਪ ਡਾਊਨ ਤਾਂ ਹੁੰਦੇ ਆ, ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਗੱਲਾਂ ਤੋਂ ਅਸੀਂ ਕੋਈ ਘਬਰਾਉਣ ਵਾਲੇ ਨਹੀਂ, ਡਰਨ ਵਾਲੇ ਨਹੀਂ। ਕਿਸਾਨ ਅੰਦੋਲਨ ਨੂੰ ਲੈ ਕੇ ਵਿਦੇਸ਼ੀ ਫੰਡਿੰਗ ਜਿਹੜੀ ਹੋ ਰਹੀ ਹੈ, ਉਸ ਨੂੰ ਲੈ ਕੇ ਤੁਹਾਨੂੰ ਸਵਾਲ ਜਵਾਬ ਪੁੱਛੇਗੇ ਅੰਦਰ? ਮੈਨੂੰ ਨਹੀਂ ਪੁੱਛਿਆ ਜੀ ਸਰ, ਕਹਿੰਦੇ ਕੁਝ ਸ਼ੱਕੀ ਵਿਅਕਤੀਆਂ ਦੀਆਂ ਬੈਂਕ ਅਕਾਊਂਟਸ ਉਹਨਾਂ ਨੇ ਮੈਨੂੰ ਪੁੱਛੇ, ਜਿੰਨੇ ਮੇਰੇ ਫੈਮਿਲੀ ਦੇ ਮੇਰੇ ਬੈਂਕ ਅਕਾਊਂਟ ਸਾਰੇ, ਅਸੀਂ ਉਹਨਾਂ ਨੂੰ ਡਿਟੇਲਸ ਦਿੱਤੀਆਂ। ਔਰ ਤੁਸੀਂ ਹੈਰਾਨ ਹੋਵੋਗੇ, ਅੱਜ ਦੀ ਡੇਟ ਵਿੱਚ ਮੇਰੇ ਕੁਝ ਬੈਂਕਾਂ ਵਿੱਚ 2000 ਰੁਪਈਆ ਵਾ, ਕਿਉਂਕਿ ਮੈਨੂੰ ਤਨਖਾਹ ਨਹੀਂ ਮਿਲੀ ਹਲੇ ਐਮਐਲਏ ਦੀ। ਕੁਝ ਬੈਂਕਾਂ ਦੇ ਵਿੱਚ ਮੇਰੇ ਕੋਲ ਚਲੋ 20-25 ਹਜ਼ਾਰ ਰੁਪਇਆ ਹੋਊਗਾ। ਦੈਟ ਇਜ਼ ਆਲ ਆਈ ਹੈਵ। ਠੀਕ ਹੈ, ਇਸ ਕਰਕੇ ਕਿਉਂਕਿ ਮੈਂ ਗਲਤ ਕੰਮ, ਮੈਂ ਦੁਬਾਰਾ ਰੀਟਰੇਟ ਕਰਦਾ, ਮਨੀ ਲਾਂਡਰਿੰਗ ਪਮਲਾ ਲਾਉਣਾ ਵਾ ਤਾਂ ਉਹਨਾਂ ਨੂੰ ਲਾਓ ਜਿਹੜੇ ਤੁਹਾਡੇ ਦੇਸ਼ ਨੂੰ ਲੁੱਟ ਰਹੇ ਨੇ ਦੋਨਾਂ ਹੱਥਾਂ ਦੇ ਨਾਲ, ਔਰ ਸ਼ਰੇਆਮ ਲੁੱਟ ਰਹੇ ਨੇ, ਉਹਨਾਂ ਵਾਸਤੇ ਬਣਾਓ ਮਨੀ ਲਾਂਡਰਿੰਗ। ਆ ਜਿਹੜਾ ਅੱਜ ਉਹਨਾਂ ਨੇ ਕੰਮ ਕੀਤਾ ਨਾ, ਇਹ ਤਾਂ ਕਿਸੇ ਇਨਕਮ ਟੈਕਸ ਦੇ ਛੋਟੇ ਜਿਹੇ ਇੰਸਪੈਕਟਰ ਨੂੰ ਮੇਰੇ ਕੋਲ ਭੇਜ ਦਿੰਦੇ, ਮੈਂ ਸਾਰੀ ਡਿਟੇਲਸ ਦੇ ਦੇਣੀ ਸੀ। ਖੈਰ ਸਾਹਿਬ ਕਹਿੰਦੇ ਕੁਝ, ਆਈ ਥਿੰਕ ਦੇ ਓਨਲੀ ਵਾਂਟਡ ਟੂ ਕ੍ਰੀਏਟ ਅ ਸੈਂਸੇਸ਼ਨ। ਕਹਿੰਦੇ ਕੁਝ ਮੁਹਿੰਮਾਂ ਸ਼ੁਰੂ ਕੀਤੀਆਂ ਸੀ ਤੁਸੀਂ, ਉਹਦੇ ਤਹਿਤ ਤੁਹਾਡੇ ਖਾਤਿਆਂ 'ਚ ਪੈਸੇ ਆਏ, ਇਸੇ ਕਰਕੇ ਹੀ ਰੇਡ ਕੀਤੀ ਗਈ ਆ। ਸ਼ੱਕੀ ਵਿਅਕਤੀਆਂ ਦੇ ਟ੍ਰਾਂਜੈਕਸ਼ਨਾਂ ਹੋਈਆਂ, ਇਦਾਂ ਦੇ ਸਵਾਲ? ਕਿਹੜੀਆਂ ਮੁਹਿੰਮਾਂ ਜੀ? ਮੈਨੂੰ ਕੁਝ ਵਿਦੇਸ਼ਾਂ ਚੋਂ ਜਾਂ ਕੁਝ ਚੰਗੇ ਸੱਜਣ ਕਹਿੰਦੇ ਨੇ ਕਿ ਫਲਾਣੇ ਕਿਸਾਨ ਨੇ ਆਤਮ ਹੱਤਿਆ ਕਰ ਲਈ ਹੈ, ਉਹਦੀ ਮਦਦ ਕਰ ਦਿਓ। ਮੈਂ ਉਹ ਜਾ ਕੇ ਉਹਨਾਂ ਦੀ ਉੱਤੇ ਮਦਦ ਕਰ ਰਿਹਾ ਉਹਨਾਂ ਨੂੰ। ਮੇਰੇ ਅਕਾਊਂਟਾਂ ਵਿੱਚ ਮੈਂ ਤੁਹਾਨੂੰ ਕਹੀ ਤਾਂ ਜਾਣਾ, ਤੁਸੀਂ ਐਂ ਕਰੋ, ਕੱਲ ਮੇਰੇ ਕੋਲ ਸਟੇਟਮੈਂਟ ਲੈ ਲਿਓ। ਮੇਰੇ ਇੱਕ ਅਕਾਊਂਟ 'ਚ ਅੱਜ ਵੀ 2,500 ਰੁਪਇਆ ਵਾ, ਇੱਕ 'ਚ 16, 17, 18, 20, 25,000 ਰੁਪਇਆ। ਦੱਸਦੇ ਕਿ ਈਡੀ ਵੱਲੋਂ ਸੁਖਪਾਲ ਖਹਿਰਾ ਦੀਆਂ ਰਿਹਾਇਸ਼ਾਂ ਤੇ ਛਾਪੇਮਾਰੀ ਕੀਤੀ ਗਈ ਸੀ। ਹੁਣ ਦੇਖਣਾ ਹੋਵੇਗਾ ਕਿ ਸੁਖਪਾਲ ਖਹਿਰਾ ਦੇ ਘਰ ਹੋਈ ਰੇਡ ਤੋਂ ਬਾਅਦ ਈਡੀ ਵੱਲੋਂ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ। ਚੰਡੀਗੜ੍ਹ ਤੋਂ ਬਿੰਦੂ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।